ਸਤਿ ਸ਼੍ਰੀ ਅਕਾਲ। ਅੱਜ ਅਸੀਂ 11ਵੀਂ ਜਮਾਤ ਦੀ ਕਿਤਾਬ ਲਾਜ਼ਮੀ ਪੰਜਾਬੀ ਦੇ ਵਿੱਚੋਂ ਬੇਟਾ ਸਿੱਠਣੀਆਂ ਪੜ੍ਹਨ ਜਾ ਰਹੇ ਹਾਂ। ਪਹਿਲੇ ਅਸੀਂ ਸੁਹਾਗ ਪੜ੍ਹੇ, ਘੋੜੀਆਂ ਪੜ੍ਹੀਆਂ, ਟੱਪੇ ਪੜ੍ਹੇ। ਹੁਣ ਮੈਂ ਤੁਹਾਨੂੰ ਦੱਸਣੀ ਹੈ ਸਿੱਠਣੀ ਕੀ ਹੁੰਦੀ ਹੈ। ਸਿੱਠਣੀ ਲੋਕ ਕਾਵਿ ਦੀ ਵੰਨਗੀ ਹੈ। ਇਸ ਦਾ ਸੰਬੰਧ ਵਿਆਹ ਦੀਆਂ ਰਸਮਾਂ ਨਾਲ ਹੈ। ਸਿੱਠਣੀਆਂ ਕੁੜੀ ਵਾਲਿਆਂ ਵੱਲੋਂ ਦਿੱਤੀਆਂ ਜਾਂਦੀਆਂ ਹਨ। ਕੁੜੀ ਦੇ ਵਿਆਹ ਸਮੇਂ ਇਹਨਾਂ ਸਿੱਠਣੀਆਂ ਰਾਹੀਂ ਮੇਲਣਾ ਲਾੜੇ ਦੇ ਉਸਦੇ ਮਾਪਿਆਂ ਸੰਬੰਧੀ ਅਤੇ ਜਾਂਝੀਆਂ ਨੂੰ ਨੋਕ ਝੋਕ ਮਖੌਲ ਕਰਦੀਆਂ ਹਨ। ਇਹ ਇੱਕ ਤਰ੍ਹਾਂ ਦੀਆਂ ਮਿੱਠੀਆਂ ਗੱਲਾਂ ਵੀ ਹੁੰਦੀਆਂ ਹਨ ਬੇਟਾ। ਇਹ ਸਿੱਠਣੀਆਂ ਵਿੱਚ ਮੁੰਡੇ ਵਾਲਿਆਂ ਦੇ ਪਹਿਰਾਵੇ, ਉਹਨਾਂ ਦੇ ਖਾਣ ਪੀਣ ਦੀਆਂ ਆਦਤਾਂ ਅਤੇ ਉਹਨਾਂ ਦੇ ਰੰਗ ਢੰਗ ਟਕੋਰਾ ਕੀਤੀਆਂ ਤੇ ਕੱਸੀਆਂ ਵੀ ਜਾਂਦੀਆਂ ਹਨ। ਇਹਨਾਂ ਸਿੱਠਣੀਆਂ ਵਿੱਚ ਮੁੰਡੇ ਤੇ ਉਸਦੇ ਪਿਓ ਨੂੰ ਸਿੱਧਾ ਮਖੌਲ ਕੀਤਾ ਜਾਂਦਾ ਹੈ। ਮੁੰਡੇ ਦੀਆਂ ਘਰ ਬੈਠੀਆਂ ਭੈਣਾਂ, ਉਸਦੀ ਮਾਂ ਅਤੇ ਹੋਰ ਨੇੜੇ ਰਿਸ਼ਤੇ ਦੀਆਂ ਔਰਤਾਂ ਵੀ ਮਜ਼ਾਕ ਦੀਆਂ ਪਾਤਰ ਬਣਦੀਆਂ ਹਨ। ਲਾੜੇ ਦੇ ਮਾਂ ਪਿਓ ਦੀ ਸਰੀਰਕ ਬਣਤਰ, ਉਸਦੇ ਪਿਛੋਕੜ ਅਤੇ ਉਸਦੇ ਘਰ ਦੀ ਕੰਜੂਸੀ ਤੋਂ ਬਿਨਾਂ ਆਲਸ ਦੇ ਮੂਰਖਤਾ ਆਦਿ ਸੰਬੰਧੀ ਚੋਬਾ ਮਾਰੀਆਂ ਜਾਂਦੀਆਂ ਹਨ। ਸਿੱਠਣੀਆਂ ਦਾ ਬਹੁਤ ਵਿਸ਼ਾਲ ਭੰਡਾਰ ਹੈ, ਪਰ ਅੱਜ ਕੱਲ੍ਹ ਇਹ ਅਲੋਪ ਹੁੰਦੀਆਂ ਜਾ ਰਹੀਆਂ ਹਨ। ਹੁਣ ਤੇ ਅੱਜ ਕੱਲ੍ਹ ਦੀ ਪੀੜ੍ਹੀ ਇਸ ਨੂੰ ਬਿਲਕੁਲ ਭੁੱਲ ਹੀ ਗਈ ਹੈ। ਸਿੱਠਣੀਆਂ ਪਹਿਲੇ ਬੇਟਾ ਸਿੱਠਣੀਆਂ ਨੂੰ ਬੇਟਾ ਪੜ੍ਹ ਕੇ ਨਹੀਂ, ਗਾ ਕੇ ਹੀ ਪੇਸ਼ ਕੀਤਾ ਜਾਂਦਾ ਹੈ ਬੇਟਾ। ਜਾਂਞੀਓ ਉਸ ਪਿੰਡੋਂ ਆਏ ਜਿੱਥੇ ਰੁੱਖ ਵੀ ਨਾ, ਇਹਨਾਂ ਦੇ ਤੋੜਿਆਂ ਵਰਗੇ ਮੂੰਹ ਉੱਥੇ ਮੁੱਛ ਵੀ ਨਾ। ਜਾਂਞੀਓ ਉਸ ਪਿੰਡੋਂ ਆਏ ਜਿੱਥੇ ਤੂਤ ਵੀ ਨਾ, ਇਹਨਾਂ ਦੇ ਖੱਪੜਾਂ ਵਰਗੇ ਮੂੰਹ ਉੱਥੇ ਰੂਪ ਵੀ ਨਾ। ਜਾਂਞੀਓ ਉਸ ਪਿੰਡੋਂ ਆਏ ਜਿੱਥੇ ਟਾਹਲੀ ਵੀ ਨਾ, ਇਹਨਾਂ ਦੇ ਪੀਲੇ ਡੱਡੂ ਮੂੰਹ ਉੱਥੇ ਇਹਨਾਂ ਦੇ ਪੀਲੇ ਡੱਡੂ ਮੂੰਹ ਉੱਥੇ ਲਾਲੀ ਵੀ ਨਾ। ਬੇਟਾ ਤੁਹਾਨੂੰ ਇਹਨਾਂ ਦਾ ਮਤਲਬ ਦੱਸਦੀ ਹਾਂ। ਕੁੜੀ ਦੇ ਵਿਆਹ ਤੇ ਜਾਂਞੀਆਂ ਨੂੰ ਸਿੱਠਣੀ ਦਿੰਦੀਆਂ, ਮਖੌਲ ਕਰਦੀਆਂ, ਮੇਲਣਾ ਸ਼ਰੀਕਣਾ ਆਖਦੀਆਂ ਹਨ ਕਿ ਜਾਂਞੀ ਉਸ ਪਿੰਡੋਂ ਆਏ ਹਨ ਜਿੱਥੇ ਕੋਈ ਵੀ ਰੁੱਖ ਨਹੀਂ ਹੈਗਾ। ਇਹਨਾਂ ਦੇ ਮੂੰਹ ਜਿਹੜੇ ਨੇ ਤੋੜਿਆਂ ਵਰਗੇ ਹਨ। ਇਹਨਾਂ ਦੇ ਮੂੰਹਾਂ ਉੱਤੇ ਕੋਈ ਮੁੱਛ ਵੀ ਨਹੀਂ। ਜਾਂਞੀ ਉਸ ਪਿੰਡੋਂ ਆਏ ਨੇ ਜਿੱਥੇ ਕੋਈ ਬੇਟਾ ਤੂਤ ਇੱਕ ਰੁੱਖ ਹੁੰਦਾ, ਰੁੱਖ ਵੀ ਨਾ। ਇਹਨਾਂ ਦੇ ਮੂੰਹ ਜਿਹੜੇ ਬੇਟਾ ਕਹਿੰਦੇ ਖੱਪੜਾਂ ਵਰਗੇ, ਅਜੀਬ ਜੇ ਮੂੰਹ ਹਨ ਤੇ ਮੂੰਹਾਂ ਤੇ ਕੋਈ ਦੀ ਰੂਪ ਕਹਿੰਦੇ ਸੁੰਦਰਤਾ ਹੀ ਨਹੀਂ, ਅਜੀਬ ਜੇ ਇਹਨਾਂ ਦੇ ਮੂੰਹ ਨੇ। ਜਾਂਞੀ ਉਸ ਪਿੰਡੋਂ ਆਏ ਹਨ ਜਿੱਥੇ ਕੋਈ ਟਾਹਲੀ ਦਾ ਰੁੱਖ ਵੀ ਨਹੀਂ ਹੈ। ਇਹਨਾਂ ਦੇ ਪੀਲੇ ਡੱਡੂ ਵਰਗੇ ਮੂੰਹ ਹਨ। ਪੀਲੇ ਡੱਡੂ ਮੀਨਸ ਜਿਵੇਂ ਉਹ ਬਿਮਾਰ ਨਜ਼ਰ ਆਉਂਦੇ ਨੇ। ਇਹਨਾਂ ਦੇ ਮੂੰਹ ਤੇ ਕੋਈ ਲਾਲੀ ਵੀ ਨਹੀਂ ਹੈ, ਭਾਵ ਉਹ ਤਾਂ ਬਿਮਾਰ ਜੇ ਦਿਖਾਈ ਦਿੰਦੇ ਹਨ। 12 ਮਹੀਨੇ ਅਸਾਂ ਤੱਕਿਆ, ਫੇਰ ਵੀ ਲਾੜਾ ਤੁਸੀਂ ਕਾਲਾ ਹੀ ਰੱਖਿਆ। ਸਾਬਣ ਲਾਣਾ ਸੀ ਨਿਲਜਿਓ ਲੱਜ ਤੁਹਾਨੂੰ ਨਹੀਂ। ਮੈਂ ਤੁਹਾਨੂੰ ਇਸ ਦਾ ਮਤਲਬ ਦੱਸਦੀ ਹਾਂ। ਜਾਂਞੀਆਂ ਨੂੰ ਸਿੱਠਣੀ ਦਿੰਦਿਆਂ ਮੇਲਣਾ ਸ਼ਰੀਕਣਾ ਆਖਦੀਆਂ ਹਨ ਕਿ 12 ਮਹੀਨੇ ਅਸੀਂ ਲਾੜੇ ਦੀ ਉਡੀਕ ਕੀਤੀ, ਪਰ ਫਿਰ ਵੀ ਤੁਸੀਂ ਲਾੜਾ ਕਾਲਾ ਹੀ ਰੱਖਿਆ। ਤੁਸੀਂ ਲਾੜੇ ਨੂੰ ਸਾਬਣ ਲਾਣਾ ਸੀ, ਪਰ ਬੇਸ਼ਰਮੋ ਤੁਹਾਨੂੰ ਤਾਂ ਕੋਈ ਸ਼ਰਮ ਹੀ ਨਹੀਂ। ਕੋਰੀ ਤੇ ਤੋੜੀਏ ਸਰੀਨੀਆਂ ਗੁੱਲੀਆਂ, ਭੁੱਖ ਤੇ ਲੱਗੀ ਲਾੜੇ ਕੱਢੀਆਂ ਬੁੱਲੀਆਂ। ਰੋਟੀ ਖਵਾਣੀ ਪਈ ਨਿਲਜੋ ਲੱਜ ਤੁਹਾਨੂੰ ਨਹੀਂ। ਦੇਖੋ ਕਿਵੇਂ ਬੇਟਾ ਅੱਗੋਂ ਮਜ਼ਾਕ ਕਰਦੀਆਂ ਨੇ। ਕਹਿੰਦੇ ਅਸੀਂ, ਇਹਦਾ ਮੈਂ ਤੁਹਾਨੂੰ ਮਤਲਬ ਦੱਸਦੀ ਹਾਂ। ਅਸੀਂ ਕੋਰੀ ਤੇ ਤੋੜੀ ਵਿੱਚ ਮੋਟੀਆਂ ਰੋਟੀਆਂ ਟੁਕੜੇ ਰਿੰਨੇ ਨੇ। ਲਾੜੇ ਨੂੰ ਕਹਿੰਦੇ ਤੁਸੀਂ ਘਰੋਂ ਭੁੱਖਾ ਹੀ ਲੈ ਕੇ ਆਏ ਹੋ। ਲਾੜੇ ਨੂੰ ਇੰਨੀ ਭੁੱਖ ਲੱਗੀ ਹੋਈ ਹੈ ਤੇ ਉਹ ਬੁੱਲੀਆਂ ਕੱਢਦਾ। ਬੁੱਲੀਆਂ ਵਿੱਚ ਜੇ ਛੋਟਾ ਬੱਚਾ ਜਿਵੇਂ ਬੇਟਾ ਜਿਵੇਂ ਰੋਂਦਾ, ਉਹ ਭੁੱਖ ਲੱਗੀ ਹੈ ਮੈਨੂੰ, ਕਹਿੰਦਾ ਬੁੱਲੀਆਂ ਕੱਢਦਾ ਪਿਆ। ਬੁੱਲੀਆਂ ਕੱਢਦੇ ਲਾੜੇ ਨੂੰ ਪਰਚਾਉਣ ਲਈ ਸਾਨੂੰ ਰੋਟੀ ਖਵਾਉਣੀ ਪਈ, ਪਰ ਨਿਲਜੋ ਬੇਸ਼ਰਮੋ ਤੁਹਾਨੂੰ ਬਿਲਕੁਲ ਸ਼ਰਮ ਵੀ ਨਹੀਂ। 12 ਮਹੀਨੇ ਸੁਨਿਆਰ ਬਿਠਾਇਆ, ਚਾਂਦੀ ਦੇ ਗਹਿਣਿਆਂ ਤੇ ਪਾਣੀ ਫਿਰਾਇਆ। ਪਿੱਤਲ ਪਾਉਣਾ ਸੀ ਨਿਲਜੋ ਲੱਜ ਤੁਹਾਨੂੰ ਨਹੀਂ। ਉਹਨਾਂ ਦਾ ਮਤਲਬ ਸੁਣੋ। ਵਿਆਹ ਦੇ ਮੌਕੇ ਤੇ ਕੁੜੀ ਵਾਲਿਆਂ ਦੇ ਘਰ ਇਕੱਠੀਆਂ ਹੋਈਆਂ ਮੇਲਣਾ ਤੇ ਸ਼ਰੀਕਣਾ ਵਰੀ ਵਿੱਚ ਲਿਆਂਦੇ ਗਿਆਨਿਆਂ ਨੂੰ ਦੇਖ ਕੇ ਮੁੰਡੇ ਵਾਲਿਆਂ ਨੂੰ ਕੀ ਮਖੌਲ ਬੱਚਾ ਕਰਦੀਆਂ ਨੇ ਕਿ ਮੁੰਡੇ ਵਾਲਿਆਂ ਨੇ 12 ਮਹੀਨੇ ਸੁਨਾਰ ਆਪਣੇ ਘਰ ਬਿਠਾਈ ਰੱਖਿਆ, ਪਰ ਫਿਰ ਵੀ ਕੀਤਾ ਸੋਨੇ ਦੇ ਗਹਿਣੇ ਨਹੀਂ ਲੈ ਕੇ ਆਏ। ਚਾਂਦੀ ਦੇ ਗਹਿਣਿਆਂ ਤੇ ਸੋਨੇ ਦਾ ਪਾਣੀ ਚੜਾ ਕੇ ਲੈ ਕੇ ਆਏ ਨੇ। ਇਹ ਤਾਂ ਸੋਨੇ ਦੀ ਥਾਂ ਪਿੱਤਲ ਲੱਗਦਾ ਹੈ ਕਿ ਉਹਨਾਂ ਨੇ ਸੋਨੇ ਦੀ ਥਾਂ ਪਿੱਤਲ ਪਾਉਣਾ ਸੀ। ਬੇਸ਼ਰਮੋ ਨਿਲਜੋ ਤੁਹਾਨੂੰ ਬਿਲਕੁਲ ਸ਼ਰਮ ਨਹੀਂ। ਬੇਟਾ ਇਹ ਸਾਰੀਆਂ ਗੱਲਾਂ ਨੂੰ ਉਹ ਮਤਲਬ ਮਜ਼ਾਕ 'ਚ ਕਰਦੇ ਨੇ ਜਿਹੜੇ ਮੁੰਡੇ ਵਾਲੇ ਕੁੜੀ ਵਾਲੇ। ਪੈਸਾ ਸਾਡੇ ਪਿੰਡ ਦਿਓ ਪਾਓ, ਲਾੜੇ ਜੋਗਾ ਤੁਸੀਂ ਵਾਜਾ ਮੰਗਾਓ। ਜੰਝ ਤੇ ਸੱਜਦੀ ਨਹੀਂ ਨਿਲਜਿਓ ਲੱਜ ਤੁਹਾਨੂੰ ਨਹੀਂ। ਲਾੜੇ ਤੇ ਜਾਂਝੀਆਂ ਨੂੰ ਸਿੱਠਣੀਆਂ ਦਿੰਦੀਆਂ ਮੇਲਣਾ ਤੇ ਸ਼ਰੀਕਣਾ ਆਦਿ ਆਖਦੀਆਂ ਹਨ ਕਿ ਪਿੰਡ ਦੇ ਸਾਰੇ ਲੋਕ ਪੈਸਾ ਕਰਕੇ ਸਾਰਾ ਪੈਸਾ ਇਕੱਠਾ ਕਰਕੇ ਲਾੜੇ ਲਈ ਵਾਜਾ ਮੰਗਵਾਉਣ। ਵਾਜੇ ਬਿਨਾਂ ਜੰਝ ਨਹੀਂ ਸੱਜਦੀ, ਪਰ ਬੇਸ਼ਰਮੋ ਜਾਂਝੀਓ ਤੁਹਾਨੂੰ ਤਾਂ ਕੋਈ ਸ਼ਰਮ ਹੀ ਨਹੀਂ। ਹਵਾ ਨੀ ਚਰਖਾ ਚਮਕਦਾ, ਹੋਰ ਤਾਂ ਲਾੜਾ ਚੰਗਾ ਭਲਾ,
ਢਿੱਡ ਉਸਦਾ ਲਮਕਦਾ। ਹਵਾ ਨੀ ਚਰਖੇ ਪੀੜੀਆਂ, ਹੋਰ ਤਾਂ ਕੁੜਮ ਚੰਗਾ ਭਲਾ, ਅੱਖਾਂ ਟੇਰਮ ਟੀਰੀਆਂ। ਵਿਆਹ ਦੇ ਮੌਕੇ ਕੁੜੀ ਵਾਲਿਆਂ ਦੇ ਘਰ ਇਕੱਠੀਆਂ ਹੋਈਆਂ ਮੇਲਣਾ ਤੇ ਸ਼ਰੀਕਣਾਂ ਲਾੜੇ ਦਾ ਮਖੌਲ ਉਡਾਉਂਦੀਆਂ ਸਿੱਠਣੀਆਂ ਦੇ ਰੂਪ ਵਿੱਚ ਆਖਦੀਆਂ ਹਨ ਕਿ ਚਰਖਾ ਤਾਂ ਵਾਹ ਵਾਹ ਚਮਕਦਾ ਹੈ, ਲਾੜਾ ਹੋਰ ਤਾਂ ਸਭ ਤਰ੍ਹਾਂ ਨਾਲ ਚੰਗਾ ਭਲਾ ਹੈ, ਪਰ ਉਸਦਾ ਢਿੱਡ ਕੀ ਹੈ, ਕਹਿੰਦੇ ਲਮਕਦਾ ਹੈ। ਦੂਜੀ ਸਿੱਠਣੀ ਵਿੱਚ ਕੁੜਮ ਦਾ ਮਖੌਲ ਉਡਾਇਆ ਗਿਆ ਹੈ। ਚਮਚੇ ਪੀੜੀਆਂ ਸਭ ਸੁੰਦਰ ਹਨ, ਲਾੜੇ ਦਾ ਪਿਓ ਜਿਹਨੂੰ ਆਪਾਂ ਕੁੜਮ ਕਹਿੰਦੇ ਹੋਰ ਤਾਂ ਸਭ ਤਰ੍ਹਾਂ ਨਾਲ ਚੰਗਾ ਭਲਾ ਹੈ, ਪਰ ਉਸਦੀਆਂ ਅੱਖਾਂ ਟੀਰਮ ਟੀਰੀਆਂ ਹਨ, ਭਾਵ ਉਹਦੀਆਂ ਅੱਖਾਂ ਤੋਂ ਟੀਰਾ ਹੈ। ਅਸਾਂ ਨੇ ਕੀ ਕਰਨੇ ਬੇਬਹਾਰੇ ਕੱਦੂ, ਲਾੜਾ ਬੈਠਾ ਐ ਜਾਪੇ ਜਿਉਂ ਛੱਪੜ ਕੰਢੇ ਡੱਡੂ। ਅਸਾਂ ਨੇ ਕੀ ਕਰਨੇ ਪੱਤਾ ਬਾਜ ਕਰੇਲੇ, ਅਸਾਂ ਨੇ ਕੀ ਕਰਨੇ ਪੱਤਾ ਬਾਜ ਕਰੇਲੇ, ਲਾੜੇ ਦਾ ਚਾਚਾ ਐ ਝਾਕੇ ਜਿਵੇਂ ਚਮਕਿੱਦੜ ਚਮਚੜਿਕ ਹੁੰਦੀ ਨਾ ਬੇਟਾ, ਚਮਚੜਿਕ ਦੇ ਡੇਲੇ। ਸਿੱਠਣੀ ਦਿੰਦੀਆਂ ਔਰਤਾਂ ਆਖਦੀਆਂ ਹਨ ਕਿ ਅਸੀਂ ਬੇਰੁੱਤੇ ਕੱਦੂ ਕੀ ਕਰਨੇ ਹਨ, ਲਾੜਾ ਬੈਠਾ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਛੱਪੜ ਕੰਢੇ ਡੱਡੂ ਹੋਵੇ। ਅਸੀਂ ਪੱਤਿਆਂ ਤੋਂ ਬਿਨਾਂ ਕਰੇਲੇ ਵੀ ਕੀ ਕਰਨੇ ਹਨ, ਲਾੜੇ ਦਾ ਚਾਚਾ ਇਸ ਤਰ੍ਹਾਂ ਝਾਕਦਾ ਦੇਖਦਾ ਹੈ ਜਿਵੇਂ ਚਮਚੜਿਕ ਦੇ ਡੇਲੇ ਹੋਣ। ਜਿਉਂ ਮਾਂਜਿਓ ਕਿਹੜੇ ਵੇਲੇ ਹੋਏ ਨੇ, ਖਾ ਖਾ ਰੱਜੇ ਨਾ, ਢਿੱਡ ਨੇ ਕੀ ਟੋਏ ਨੇ, ਨਿੱਕੇ ਨਿੱਕੇ ਮੂੰਹ ਨੇ, ਢਿੱਡ ਕੇ ਖੂਹ ਨੇ, ਖਾ ਰਹੇ ਹੋ ਤਾਂ ਉੱਠੋ ਤੋਂ ਸਹੀ। ਮਾਂਜੀਆਂ ਨੂੰ ਮਖੌਲ ਕਰਦੀਆਂ 8ਵਾਂ ਸਿੱਠਣੀ ਦਿੰਦੀਆਂ ਮੇਲਣਾ ਔਰਤਾਂ ਆਖਦੀਆਂ ਹਨ ਕਿ ਤੁਹਾਨੂੰ ਖਾਂਦਿਆਂ ਨੂੰ ਕਿਹੜਾ ਵੇਲਾ ਹੋ ਗਿਆ ਹੈ, ਤੁਸੀਂ ਖਾ ਖਾ ਕੇ ਰੱਜੇ ਨਹੀਂ, ਤੁਹਾਡੇ ਢਿੱਡ ਨੇ ਕਿ ਟੋਏ ਨੇ, ਤੁਹਾਡੇ ਮੂੰਹ ਤਾਂ ਨਿੱਕੇ ਨਿੱਕੇ ਹਨ, ਪਰ ਤੁਹਾਡੇ ਢਿੱਡ ਹਨ ਜਾਂ ਖੂਹ ਹਨ ਜਿਹੜੇ ਭਰਦੇ ਹੀ ਨਹੀਂ ਪਏ। ਤੁਸੀਂ ਤਾਂ ਅੱਜ ਇਸ ਤਰ੍ਹਾਂ ਖਾ ਰਹੇ ਹੋ ਜਿਵੇਂ ਹੁਣ ਕਦੀ ਉੱਠਣਾ ਹੀ ਨਹੀਂ, ਹੁਣ ਤਾਂ ਉੱਠੋ। ਜਾਂਝੀਆਂ ਨੂੰ ਖਲ ਕੁੱਟ ਦਿਓ ਜਿੰਨਾ ਤੋਨ ਪੱਚੀ ਸੇਰ ਖਾਣਾ, ਸਾਨੂੰ ਪੂਰੀਆਂ ਜੀ ਜਿੰਨਾ ਮੁਸ਼ਕ ਨਾਲ ਰੱਜ ਜਾਣਾ। ਜਾਂਝੀਆਂ ਨੂੰ ਮਖੌਲ ਕਰਦੀਆਂ ਸਿੱਠਣੀ ਦੇਣ ਵਾਲੀਆਂ ਔਰਤਾਂ ਆਖਦੀਆਂ ਹਨ, ਜਾਂਝੀਆਂ ਨੂੰ ਖਲ ਕੁੱਟ ਕੇ ਦੇ ਦਿਓ, ਉਹ 2-4 ਰੋਟੀਆਂ ਨਾਲ ਰੱਜਣ ਵਾਲੇ ਨਹੀਂ, ਸਗੋਂ ਉਹਨਾਂ ਤੇ 25-25 ਸੇਰ ਖਾਣਾ ਹੈ। ਆਪਣੇ ਬਾਰੇ ਉਹ ਕਹਿੰਦੀਆਂ ਨੇ ਅਸੀਂ ਤੇ ਪੂਰੀਆਂ ਦੇ ਦਿਓ, ਅਸੀਂ ਤੇ ਮਤਲਬ ਅਸੀਂ ਖੁਸ਼ਬੂ ਨਾਲ ਹੀ ਰੱਜ ਜਾਣਾ, ਪੂਰੀਆਂ ਦੀ ਖੁਸ਼ਬੂ ਨਾਲ ਹੀ ਅਸੀਂ ਰੱਜ ਜਾਣਾ। ਬੀਬੀ ਲਾਡਲੀ ਦੀ ਨੇ ਰੋਟੀ ਪਿੱਛੋਂ ਮੰਗੇ ਖੀਰ, ਬੀਬੀ ਤਾਂ ਬਾਪੂ ਐਂ ਬੈਠਾ ਜਿਉਂ ਰਾਜਿਆਂ ਵਿੱਚ ਵਜ਼ੀਰ। ਬੇਟਾ ਇਸ ਦਾ ਮਤਲਬ ਹੈ ਆਪਣੀ ਲਾਡਲੀ ਧੀ ਦੀ ਸਿਫਤ ਕਰਦਿਆਂ ਮੇਲਣਾ ਸ਼ਰੀਕੇ ਦੀਆਂ ਔਰਤਾਂ ਨੂੰ ਆਦਿ ਨੂੰ ਆਖਦੀਆਂ ਹਨ ਕਿ ਉਹਨਾਂ ਦੀ ਲਾਡਲੀ ਧੀ ਰੋਟੀ ਖਾਣ ਪਿੱਛੋਂ ਖੀਰ ਮੰਗਦੀ ਹੈ, ਉਸ ਦਾ ਬਾਪੂ ਇਸ ਤਰ੍ਹਾਂ ਬੈਠਾ ਹੈ ਜਿਵੇਂ ਰਾਜਿਆਂ ਵਿੱਚ ਵਜ਼ੀਰ ਹੋਵੇ। ਸਭ ਗੈਸ ਬੁਝਾ ਦਿਓ ਜੀ, ਸਾਡਾ ਕੁੜਮ ਬੈਟਰੀ ਵਰਗਾ, ਸਭ ਮਿਰਚਾਂ ਕੋਟੋ ਜੀ, ਸਾਡਾ ਕੁੜਮ ਘੋਟਨੇ ਵਰਗਾ, ਮਨ ਮੱਕੀ ਪਿਆ ਲਹੋ ਜੀ, ਸਾਡਾ ਕੁੜਮ ਵੇੜਕੇ ਵਰਗਾ। ਦੇਖੋ ਬੇਟਾ ਕਿਸ ਤਰ੍ਹਾਂ ਦੇ ਮਜ਼ਾਕ ਕਰਦੀਆਂ ਨੇ। ਕੁੜਮ ਨੂੰ ਮਖੌਲ ਕਰਦੀਆਂ ਮੇਲਣਾ ਸ਼ਰੀਕੇ ਦੀਆਂ ਔਰਤਾਂ ਆਖਦੀਆਂ ਹਨ ਕਿ ਸਭ ਗੈਸ ਬੁਝਾ ਦਿਓ ਕਿਉਂਕਿ ਸਾਡਾ ਕੁੜਮ ਹੀ ਬੈਟਰੀ ਵਰਗਾ ਹੈ, ਸਾਰੇ ਜਾਣੇ ਮਿਰਚਾਂ ਘੋਟੋ, ਉਹਨਾਂ ਨੂੰ ਘੋਟਣੇ ਦੀ ਲੋੜ ਨਹੀਂ ਕਿਉਂਕਿ ਸਾਡਾ ਕੁੜਮ ਹੀ ਘੋਟਣੇ ਵਰਗਾ ਹੈ, ਮਨ ਮੱਕੀ ਪਿਸਾ ਲਿਓ ਕਿਉਂਕਿ ਸਾਡਾ ਕੁੜਮ ਵੱਛੇ ਵਰਗਾ ਹੈ। ਬੇਟਾ ਅਸੀਂ ਲਾਸਟ ਸਿੱਠਣੀ ਪੜ੍ਹਨ ਜਾ ਰਹੇ ਹਾਂ। ਛੱਜ ਓਹਲੇ ਛਾਨਣੀ, ਪਰਾਤ ਓਲੇ ਡੋਈ ਵੇ, ਨਾਨਕਿਆਂ ਦਾ ਮੇਲ ਆਇਆ ਚੱਜ ਦੀ ਨਾ ਕੋਈ ਵੇ। ਕੁੜੀ ਦੇ ਵਿਆਹ ਮੌਕੇ ਗਾਉਂਦੀਆਂ ਦਾਦਕੀਆਂ ਕਹਿੰਦੀਆਂ ਹਨ ਕਿ ਛੱਜ ਓਲੇ ਛਾਨਣੀ ਅਤੇ ਪਰਾਤ ਓਲੇ ਡੋਈ ਕਾਠ, ਲੱਕੜ ਦੀ ਕੜਛੀ ਹੈ, ਨਾਨਕਿਆਂ ਦਾ ਮੇਲ ਆਇਆ ਹੈ, ਪਰ ਇਹਨਾਂ ਵਿੱਚ ਕੋਈ ਵੀ ਚੰਗੀ ਸੂਰਤ ਵਾਲੀ ਨਹੀਂ। ਧੰਨਵਾਦ ਬੇਟਾ।